श्लोक। आए प्रभ शरणागति, कृपा निध दयाल। एक अखर हर मन वस्त, नानक होत निहाल। पौड़ी। अखर मैं त्रिभवन प्रभ धारे, अखर कर कर वेद विचारे। अखर शस्त्र सिमरत पुराना, अखर नाद कथन बखाना। अखर मुक्त जुगत भै भरमा, अखर कर्म किरत सुच धर्म। दृष्टमान अखर है जिता, नानक पार ब्रह्म निर्लिपा। दृष्टमान अखर है जिता, नानक पार ब्रह्म निर्लिपा। वाहिगुरु जी का खालसा, वाहिगुरु जी की फतेह। परम सन्मान सत्कारयोग ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੱਜ ਦੇ ਸ਼ਬਦ ਕਹਿੰਦੇ ਸ਼ਲੋਕ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਸਾਹਿਬ ਮਹਾਰਾਜ गुरु अर्जन पातशाह जी बख्शिश करते कहते आए प्रभ शरणागति। कल भी परसों भी दो दिन जोड़े शब्द सीगे लेखे कते न छूटीए, किन किन भुलनहार बख्शणहार, बख्श लै नानक पार उद्धार। ते इसे प्रकरण दे विच कल दा शब्द सीगा हस्त खा खेलत। महाराज कहते खात पीत हस्त खेलत, भरमे जन्म अनेक। पबजल ते काढो प्रभु नानक तेरी ठेक। मतलब आसरा गुरु दा। इस मुकामी जड़ी बाणी दा सी शिखर ते पहुँचे हाँ। गुरु पातशाह ने सारे शब्दां च ना जिथे निमरता, खिमा, सहज, टिका, ये रब्बी जड़े गुण ने उन्होंने गुरु बाबा जी ਜਿਹੜੇ ਸਾਨੂੰ ਸਮਝਾ ਰਹੇ ਨੇ। ਹੁਣ ਇਹਦੇ 'ਚ ਤਿੰਨਾਂ ਚਾਰਾਂ ਸ਼ਬਦਾਂ 'ਚ ਇੱਕ ਸ਼ਰਨ ਸ਼ਬਦ ਆਉਂਦਾ ਹੈ, ਸ਼ਰਨਾਗਤੀ। ਜਿਹੜਾ ਇਹ ਸ਼ਬਦ ਆ ਅਸੀਂ ਕਈ ਵਾਰੀ ਵਿਚਾਰ ਚੁੱਕੇ ਹਾਂ ਅਤੇ ਅੱਜ ਫਿਰ ਇੱਥੋਂ ਹੀ ਸ਼ੁਰੂ ਕੀਤਾ ਉਹਨਾਂ ਨੇ। ਆਏ ਪ੍ਰਭ ਸ਼ਰਨਾਗਤੀ। ਅਸਲ ਵਿੱਚ ਗੁਰੂ ਦੀ ਜਿਹੜੀ ਸ਼ਰਨ ਵਿੱਚ ਆਉਣਾ ਹੈ ਨਾ, ਗੁਰੂ ਦੇ ਚਰਨਾਂ ਵਿੱਚ ਆਉਣਾ, ਗੁਰੂ ਦੀ ਸ਼ਰਨ ਵਿੱਚ ਆਉਣਾ। ਅਸੀਂ गुरु के उपदेश सुनने वास्ते कीर्तन सुनते हैं, असीं कहने गुरु के चरणों च बैठे हैं, गुरु की शरण च बैठे। पर गुरु बाबा जी इनू इस रंगत च बयान करते हैं भी बंदा जिहड़ा ना इवें शरण च बैठे। किवें? गुरु की शरण च रहना है, गुरु के सुनेहे नाल जुड़े रहना, गुरु के मैसेज नाल जुड़े रहना, वो शरण च हुंदा है। शरण गुरु की एक थां ते नहीं है, गुरु की शरण हर जगह ते है, वो तो हर जगह ते है। जे गुरु हर थां ते है तो उसकी शरण भी हर थां ते है। साहिब बाबा गुरुदेव पातशाह कहते प्रभु की जिहड़ी शरण है, बंदा जिवें मैं रात भी कह रहा सी ना भी जदों सानू कोई कर्म करन लगिया रब याद आ जाए, समझ लो उसकी शरण च आ गया, ਉਹਦੀ शरण चले गया। तो जे वो भुल जाए फिर असी शरण छड्ड दित्ती।
ਤੇ ਕੋਲੇ ਹੋਵੇ ਤੇ ਬੰਦਾ ਸ਼ਰਨ ਯਾਦ ਹੀ ਨਹੀਂ। ਸ਼ਰਨ ਲੈ ਲੈਣੀ, ਕਿਸੇ ਚੀਜ਼ ਦਾ ਆਸਰਾ ਲੈਣਾ। ਸਾਹਿਬ ਸਤਿਗੁਰੂ ਕਹਿੰਦੇ ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ। ਹੇ ਦਿਆਲ ਜੀ, ਦਇਆ ਕਰਨ ਵਾਲੇ, ਕਿਰਪਾ ਦੇ ਘਰ, ਕਿਰਪਾ ਨਿਧ, ਤੇਰੀ ਅਸੀਂ ਸ਼ਰਨ ਵਿੱਚ ਆਏ ਹਾਂ। ਹੁਣ ਇੱਥੋਂ ਧਿਆਨ ਦੇਣਾ, ਜਿਹੜਾ ਇਹ ਸ਼ਰਨ ਵਿੱਚ ਆਉਣਾ ਹੈ, ਇਹ ਨਹੀਂ ਸਾਨੂੰ ਜੀਵਨ ਬਦਲਣਾ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਸਿਰਫ ਓਨਲੀ ਵਨ, ਏਕ ਅੱਖਰ। ਜਿਹੜਾ ਅੱਖਰ ਸ਼ਬਦ ਹੈ ਨਾ, ਕਿਉਂਕਿ ਅੱਜ ਦਾ ਇਹ ਲਾਸਟ ਸ਼ਬਦ ਅੱਖਰ ਹੈ। ਵੈਸੇ ਵੀ ਇਹ 52 ਅੱਖਰੀ ਸ਼ਬਦ ਹੈ। 52 ਅੱਖਰੀ ਜਿਹੜੀ ਬਾਣੀ ਹੈ 52 ਅੱਖਰੀ ਹੈ। 52 ਅੱਖਰਾਂ ਦਾ ਜ਼ਿਕਰ ਹੈ। ਤੇ ਗੁਰੂ ਬਾਬਾ ਜੀ ਇੱਥੇ ਅੱਖਰ ਦਾ ਜਿਹੜਾ ਜ਼ਿਕਰ ਕਰਦੇ, ਏਕ ਅੱਖਰ। ਇਸ ਪਾਵਨ ਸ਼ਬਦ ਵਿੱਚ ਜਿਹੜਾ ਅੱਖਰ ਸ਼ਬਦ ਹੈ ਬਹੁਤ ਵਾਰੀ ਆਇਆ, ਪਰ ਇਹ ਆੜਾ ਖੱਖਾ ਰਾਰਾ ਅੱਖਰ ਜਿਹੜਾ ਹੈ, ਖੱਖਾ ਰਾਰਾ, ਰਾਰੇ ਨੂੰ ਔਂਕੜ, ਇਹ ਸਿਰਫ ਇੱਕ ਵਾਰ ਆਇਆ। ਬਾਕੀ ਆੜਾ ਖੱਖਾ ਰਾਰਾ ਅੱਖਰ ਮੁਕਤਾ ਨੇ। ਇਹਦਾ ਮਤਲਬ ਇਹ ਵਿਸ਼ੇਸ਼ ਹੈ, ਇੱਕ ਹੈ। ਜਦੋਂ ਔਂਕੜ ਲੱਗ ਜਾਂਦਾ ਹੈ ਨਾ, ਉਹ ਇੱਕ ਵਚਨ ਹੋ ਜਾਂਦਾ ਹੈ। ਜਦੋਂ ਸਿਹਾਰੀ ਲੱਗ ਜਾਂਦੀ ਹੈ, ਉਹਦਾ ਮਤਲਬ ਹੁੰਦਾ ਦੁਆਰਾ, ਨਾਲ, ਵਿੱਚ, ਨੂੰ, ਇਹ ਜੋਜਕ ਲੱਗ ਜਾਂਦੇ ਨੇ। ਜੇ ਮੁਕਤਾ ਹੋਵੇ ਫਿਰ ਬਹੁ ਵਚਨ ਹੋ ਜਾਂਦਾ। ਇਹ ਤਾਂ ਸੌਖੀ ਜੀ ਗੱਲ ਹੈ ਨਾ। ਤਾਂ ਇਹਦਾ ਮਤਲਬ ਅੱਖਰ ਇੱਕੋ ਹੀ ਹੈ। ਇਹ ਅੱਖਰ ਕੀ ਹੈ? ਕਿਹੜਾ ਅੱਖਰ? ਇੱਕ, ਏਕ ਅੱਖਰ। ਹੁਣ ਜੇ ਅੱਖਰ ਕੀ ਹੈ, ਊੜਾ ਵੀ ਅੱਖਰ ਹੀ ਹੈ, ਆੜਾ ਵੀ ਅੱਖਰ ਹੈ, ਸੱਸਾ ਵੀ ਅੱਖਰ ਹੀ ਹੈ ਵੀ ਇੱਕ ਨੇ, ਦੋ ਨੇ। ਤੇ ਗੁਰੂ ਬਾਬਾ ਜੀ ਕਹਿੰਦੇ ਇੱਕ ਅੱਖਰ ਹੀ ਬਸ ਵਸਣਾ ਚਾਹੀਦਾ। ਹੁਣ ਇਹ ਅੱਖਰ ਕੀ ਹੈ ਸਮਝਣਾ। ਏਕ, ਏਕ ਕੀ ਹੈ? ਜਦੋਂ ਅਸੀਂ ਬੋਲਦੇ ਇੱਕ ਓਂਕਾਰ, ਇੱਕ ਦਾ ਅਰਥ ਇੱਕ ਲਈ ਬਹੁਤ, ਮਹਾਰਾਜ ਕਹਿੰਦੇ ਗੁਰਾ ਇੱਕ ਦੇ ਬੁਝਾਈ। ਗੁਰੂ ਨੇ ਇੱਕ ਸਮਝਾਈ, ਸਭਨਾ ਜੀਆਂ ਕਾ ਫਿਰ ਇੱਕ ਦਾਤਾ। ਜਿਹੜਾ ਇੱਕ ਸ਼ਬਦ ਹੈ, ਯੂਨਿਟੀ ਸ਼ਬਦ ਹੈ, ਇੱਕ ਸ਼ਬਦ ਹੈ, ਇਹ ਸਮਝ ਪੈਣਾ ਜ਼ਰੂਰੀ ਹੈ। ਇਹ ਗੁਰੂ ਸਮਝਾਉਂਦਾ ਹੈ। ਮਤਲਬ ਜਦੋਂ ਬੰਦੇ ਅੰਦਰ ਭਰਮ ਉਦੋਂ ਹੀ ਮੁੱਕਣਗੇ, ਅਗਿਆਨਤਾ ਉਦੋਂ ਹੀ ਟੁੱਟੇਗੀ, ਈਰਖਾ ਉਦੋਂ ਹੀ ਮੁੱਕੇਗੀ, ਕ੍ਰੋਧ ਉਦੋਂ ਹੀ ਟੁੱਟੇਗਾ, ਲੋਭ ਉਦੋਂ ਹੀ ਟੁੱਟੇਗਾ, ਸਾਰੀਆਂ ਅਲਾਮਤਾਂ ਉਦੋਂ ਹੀ ਮੁੱਕ ਜਾਣੀ ਜਦੋਂ ਇੱਕ ਸ਼ਬਦ ਆ ਗਿਆ, ਇੱਕ ਦਾ ਸਮਝ ਆ ਗਈ। ਇੱਕ ਹੋ ਜਾਣਾ, ਇੱਕ ਬਣਨਾ ਹੈ। ਜੇ ਇੱਕ ਹੋਏ ਤਾਂ ਉਗਵੈ। ਆਸਾ ਦੀ ਵਾਰ 'ਚ ਪੜ੍ਹਦੇ ਆ, ਮਹਾਰਾਜ ਕਹਿੰਦੇ ਜੇ ਇੱਕ ਹੋਏ ਤਾਂ ਉਗਵੈ। ਇਹ ਜਿਹੜੀ ਪ੍ਰਫੁੱਲਤਾ ਹੈ ਜੱਜਾਂ 'ਚ, ਇਹ ਸਾਡੇ ਅੰਦਰ ਜਿਹੜਾ ਗਿਆਨ ਦਾ ਸਾਗਰ ਹੈ, ਜਾਂ ਸਾਡੇ ਅੰਦਰ ਜਿਹੜੀ ਲੋਹ ਹੈ, ਜਾਂ ਸਾਡੇ ਅੰਦਰ ਜਿਹੜੀ ਗੁਰੂ ਦੀ ਬਾਣੀ ਹੈ, ਇਹ ਕਦੋਂ ਪੁੰਗਰੇਗੀ? ਜਦੋਂ ਬੰਦਾ ਇੱਕ ਹੋਏਗਾ। ਇੱਕ, ਅਸੀਂ ਦੋ ਹਾਂ ਤੇ ਅਲੱਗ ਹਾਂ। ਸਪੋਜ਼ ਕਰੋ ਜੇ ਨਾ ਜਾਂ ਕੁਛ ਬੀਜਣਾ ਹੈ, ਦਾਲ ਬੀਜਣੀ ਹੈ। ਦਾਲ, ਜਿਹੜੀ ਦਾਲ ਹੁੰਦੀ ਹੈ ਨਾ, ਉਹ ਕਦੇ ਵੀ ਨਹੀਂ ਉਗਦੀ ਹੈਗੀ। ਵੈਸੇ ਤਾਂ ਅਸੀਂ ਦਾਲ ਤਾਂ ਅਸੀਂ ਨਾ ਸਭ ਨੂੰ ਕਹਿ ਦਿੰਦੇ, ਮੂੰਗੀ ਦੀ ਵੀ ਦਾਲ, ਸਾਬਤੀ ਵੀ ਮੂੰਗੀ ਦਾਲ, ਪੀਲੀ ਵੀ ਦਾਲ, ਦਾਲ ਸਭ ਦੀ ਸ਼ਬਦ ਬਣ ਗਿਆ। ਦਾਲ ਹੁੰਦੀ ਸੀ ਜਿਹੜੀ ਦਲੀ ਹੋਵੇ, ਦਲ ਜਾਣਾ, ਦੋ ਦਲ ਬਣ ਜਾਂਦੇ, ਅਲੱਗ ਹੋ ਜਾਂਦੇ, ਟੋਟੇ ਹੋ ਜਾਂਦੇ। ਜੇ ਇੱਕ ਪੀਸ ਹੈ, ਉਹਦੇ 'ਚ ਦੋ ਟੁੱਟੇ ਹੋ ਗਏ, ਫਿਰ ਉਹ ਕਹਿੰਦੇ ਦਾਲ ਹੈ। ਛੋਲੇ ਨੇ, ਛੋਲਿਆਂ ਦੀ ਦਾਲ ਹੈ, ਦੋ ਟੁਕੜੇ। ਜਿਹੜੀ ਦਾਲ ਹੁੰਦੀ ਹੈ, ਤੁਸੀਂ ਜਦ ਮਰਜ਼ੀ ਬੀਜ ਦਿਓ, ਕਦੇ ਨਹੀਂ ਉਗਦੀ। ਜਿਹੜੀ ਦੜੀ ਹੋਵੇ, ਜਿਹੜੀ ਅਲੱਗ ਹੋਈ ਹੋਵੇ, ਉਹ ਨਹੀਂ ਉਗਦੀ। ਉਗੇਗੀ ਕਿਹੜੀ? ਜਿਹੜੀ ਇੱਕ ਹੋਏਗਾ, ਜਿਹੜਾ ਜੁੜਿਆ ਹੋਏਗਾ ਪੀਸ, ਉਹ ਉਗਦਾ ਹੈ। ਅਸੀਂ ਰੱਬ ਤੋਂ ਦੂਰ ਹਾਂ, ਰੱਬ ਹੋਰ ਹੈ। ਇੱਕ ਪੱਖ ਰੱਬ ਦਾ, ਦੂਜਾ ਅਸੀਂ ਦੋ ਹੋ ਗਏ ਨਾ।
ਤੇ ਦੋ ਹੋਣ ਕਰਕੇ ਜੁੜੇ ਨਹੀਂ ਤੇ ਜੁੜੇ ਨਹੀਂ ਤੇ ਸਾਡੇ ਅੰਦਰ ਕੁਛ ਵੀ ਨਹੀਂ ਪੈਦਾ ਹੋਣਾ। बड़ा नुकता लास्ट ਵਿੱਚ बड़ा गहरा है, एक होना। इस करके बाबे नानक ने जिहड़ा एक ओंकार वाला एक है ना, वो शुरुआत ਵਿੱਚ ही समझाया। बस एक ਨੂੰ ही समझना सारा गुरु ग्रंथ साहब एक ਦੀ व्याख्या है। रब भी एक, महाराज कहते ਉਹਦੀ सारी सृष्टि भी एक, सब ਵਿੱਚ ਉਹ ਇੱਕੋ ही है। बस इनू एक होके ही मिलिया जा सकता है। जब तक असी दो हाँ दूजे हाँ, जब एक हो जाएंगे फिर मिल जाएंगे। हुण फिर पढ़ो, महाराज कहते जे एक होए तां उगवै, रुती हूँ रुत होए। अच्छा ये भी गल है भी दाल बीजने या कुछ असी बीजना है, कोई बीज पाउना है, वो एक होना चाहिए, दूजा रुत होनी चाहिए है। रुती हूँ रुत होए, नानक पाहे बाहरा कोरे रंग न सोए। जद तक इस रुत नूं इनू समा इनू वक्त ना पता होवे तो फिर एक होएगा क्यों पता लगना, समझ के लगेगी। ध्यान देना, जदों असीं कहना जी बस एक मन हो के, एक चित्त हो के, महाराज कहते एक मन एक चित्त पाए, ये मन हर जी, ये मन हर जी ध्याए तू। किवें हो? एक मन एक चित्त पाए। तेरी भावना, तेरा अंदरला आपा, तेरा अंदरला प्रेम, ये एक मन एक चित्त हो जाए। एक होना चाहिए, मन भी तो चित्त भी एक हो जाए, दो नहीं होने चाहिए। जे मन में होर किते कुछ बोली जा रहा, चित्त में कुछ होर है, फिर तो दो हो गए ना। जे वाहिगुरू नूं ध्याउणा है हर जी ध्या, पर एक मन एक चित्त पाए। हर कीआं सदा सदा वडियाइयां, फिर रब दियां देखी वडियाइयां किन्नियां, दे ना पछोताए, वो थोड़ी पछताउंदा फिर। इसलिए गुरु बाबा जी एक शब्द सबनों समझाते ने, एक दी ही व्याख्या है, एक रब है तो जरा सारी सृष्टि विच है, दो नहीं है। दूजी गल वो सतनाम है, सत है। तीजी गल वो करता है, उन्होंने नहीं कोई बना सकता, वो सबनों बना सकता है। निरभय निर्वैर, निरभौ निर्वैर, अकाल मूर्त अजूनी सैबा। अपने आप तो ही प्रकाश होया, किसी का बनाया नहीं है, किसी का उसका वैर नहीं किसी नाल, ते ना ही वो किसी तो डरदा। जब वैर ही नहीं, डर काहदा? ये निशानियां एक होण दियां ने। सानू डर तां क्योंकि असी होर, साडा दुश्मन होर, असी दो हाँ। जब दुश्मन विच भी वो है फिर डर काहदा? यही हुंदा ना। डर कदों लगदा भी जो विरोधी होवे, वैर है तेरा। तो एक जिहड़ा है, एक दी व्याख्या की गुरु बाबा जी कहते ये एक अखर जिहड़ा है मन विच वसे। एक अखर हर मन वस्त, बाबा जी कहते नानक होत निहाल। जदों इहदे अंदर एक वस जाएगा, एक अखर का उपदेश वस जाएगा, फिर नानक होत निहाल, फिर इन निहाल हो जाना। फिर जदों एक हो गया, देखो सौखी एग्जाम्पल दे दें, कहते जी मन एक हो जाए जी। अज तो एक आगरता नाल सुनिया, मन एकाग्र हो गया। जां असीं कहने जी मन टिक गया, ਉਹਦਾ मतलब की है? दो च नहीं हुंदा। जदों मन दो विच होएगा तो गुरु बाबा जी कहते फिर ये कदे भी आनंद विच नहीं होएगा, निहाल नहीं हो सकता। निहाल कदों होएगा? जदों एक होएगा। असीं कहा जी अज मन बड़ा टिकिया, तो टिकिया तो एक जगह च हो गया, तां टिकिया। मन उदों ही टिकदा जदों एक चीज़ च होवे। जदों दो च होएगा, अंदर कुछ होर बाहर कुछ होर, फिर टिकेगा ही नहीं, क्योंकि डबल च फिरदा है, कदे इधर कदे उधर, एक नहीं हैगा। साडा मन एक कदों होए? जदों साडा
गुरु बाबा जी कहते साडे अंदर उस एक दा ही उपदेश आएगा। आओ फिर पढ़िए श्लोक। आए प्रभ शरणागति किरपा निध दयाल। हे किरपा निध दयाल वाहिगुरु जी, तेरे शरण विच बेनती है, तेरी शरण विच आए हाँ, तो की कर सानू निहाल कर दे। किवें निहाल होवांगे? साडा एक हो जाए मन। एक अखर हर मन वास्त। जिहड़ा ये एक अखर दा उपदेश है ना, एक दा उपदेश है ना, हर मन विच वस जाए। हर मन वस्त, मन दे विच वस जाए तो गुरु साहब कहते फिर की होएगा? फिर निहाल हो जाएंगे। ये एक दा ही उपदेश है, एक नाल ही जुड़ना है। गुरु बाबा जी पौड़ी विच कहते ने, अखर मैं तिर भवन प्रभ तारे, अखर कर कर वेद विचारे। जिहड़ा अखर है ना, असलीयत विच ना अखर दे अर्थ बड़े गुरु साहब ने विस्तार रूप च कीते ने। जिवें असी अखर की अखर ज्ञान है, जपजी साहब च रोज़ पढ़ते हो ना तुसीं, लास्ट 3 पौड़ियां विचों असंख नाम असंख थाम, अगम अगम असंख लो, असंख कहे सिर पार हो। अखरी नाम अखरी सलाह। चलो मान लो जे अखरी ना होंदे तो रब का नाम किस, जो जुबान ने उचरिया है अखर ही उचरे नहीं ना, तो यही नाम है। तो जो दी सिफत भी करनी है अखरां राही होएगी, कोई अखर बोलना पएगा। गुरु महाराज कहते ये अखर उपदेश है सारा कुछ। सपोज करो साढ़े कोले अखर ना होण, भाषा ना हो, फिर की होएगा? कुछ भी नहीं होगा। असीं कुछ बोलना ही नहीं, कुछ ना कुछ बोलांगे तो कुछ देखो ना, साढ़े ते पशुओं च की फर्क है? बस इन्नी सौखी जी एग्जाम्पल है, उन्होंने कोले अखर नहीं है, उत्थे खड़े ने। साढ़े कोले अखर ने, कित्थे पहुँच गई दुनिया? बस आई नुकता ये अखरी नाम अखरी सलाह। जिस सिफत भी कर रहे हैं वो भी अखरां दे नाल है। अखरे नाम भी रब दा अखरां राही होया। जे पहला अखर बोले गए फिर उन्होंने रूप दिता गया। लिपि बाद च तैयार हुई है, पहला उन्हें घाड़त बनी। गुरु महाराज सानू अखरां दा ज्ञान जिहड़ा है, 52 अखरी शब्द ने, 52-52 अखरां दे विच आके देखो किड्डा विसा पूरे दा पूरा जिहड़ा है गुरु साहब ने सानू दस्सिया ना भी अखरी नाम अखरी सलाह, उहदी सिफत भी करनी वो भी अखरां च। हुण साडे कोले अखर है ते असीं किसी नूं बोल के कुछ दसदे आ। तुसीं देखो दुनिया दी जिन्नी प्रोग्रेस है काते खड़ी है? अखर ते खड़ी है। बाबा फरीद अज तो देखो किन्नी हज़ारां साल पहलां दी गल करदे ने, 1000 साल पहलां 12वीं सदी दे विच आउंदे ने ते उन्हां दे बोले हुए अखर साडे कोले अज भी ने। अच्छा फरीदा बुरेदा तो फरीद साहब तो कदों कह के गए सी? सपोज करो जे अखर ना होंदे तो साढ़े तक फरीद के बोल किमें आउंदे? अखरां राही आए ने। ये यात्रा सारी अखरां राही आई। चाहे उन्होंने जो असी लैंग्वेज जिहड़ा स्टडी नूं देख के कहने भी ब्रह्मी लिपि तक साडा है, असीं अगे किन्नियां लिपियां दा रूप लैंदे, खरोष्टी विच है, पाली है, इन्हां भाषावां नूं क्रॉस करदे करदे साडा अज निखड़वां पंजाबी दा रूप हो गया। तो पंजाबी तो बाबा फरीद नूं मोढी मन्निया गया पंजाबी का। उन्होंने ठेठ पंजाबी वरती है, उन्होंने बाणी विच पढ़ते हैं जो। तो यह मतलब यह जी भाषा है वो एक वखरा विषय है भी मेरे शब्द तो जदों तो मनुख चलता रहा उन्हें कुछ ना कुछ उच्चरना शुरू कर दिता, वह निखार हुंदा 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 ही तो वो अखरां दे राही ही साडे तक पहुँचा ज्ञान।
ये वक्री गल है भी जदों तक पेपर नहीं सी, कागज़ नहीं सीगा, उन्होंने होर रूप च सांभिया जाता सी, होर रूप च कंठ च कीता जाता सी। ये तरीका सीगा। धन गुरु अंगद पातशाह महाराज, उन्होंने कोल संगत आई है, जिवें असीं कह दिंदे भी गुरमुखी लिपि जिहड़ी बनी है ना, गुरमुखी लिपि, ये गुरमुखी शब्द ही गुरु अंगद पातशाह करके जुड़िया, क्योंकि उन्होंने इन्होंने अखरां नूं रूप दिता, पंजाबी दी लिपि बनाई है उन्होंने, गुरु अंगद पातशाह ने। तो संगत ना कोई दूर तो संगत आई, वो कई दिन उत्थे रुके। गुरु अंगद पातशाह खंडूर साहिब की धरती पर काफ़ी लंबे समय बाद, तो एक दिन सवेरे संगत कहन लगी भी गुरु पातशाह नूं, गुरु अंगद पातशाह नूं भी असीं महाराज हुण आपदे नगर नूं जाना। तो साहब महाराज कहंदे भाई अज ही जाना तुसीं? कहंदे हाँ। कहंदे नहीं तो कुछ दिन होर रुको। महाराज 7 बजे रुक जाने। हाँ तुसीं इन्ने क दिन रुको तो ना प्रसाद लैके जाया जे पिंड वास्ते, नगर वास्ते। कहते महाराज साडा एडा पिंड है, साडा पैंडा भी वड्डा है, साडा पिंड भी वड्डा है, इन्ना प्रसाद किन्ना कि असीं चक के लै जाएंगे, सारे पिंड नूं वरताउणा होवे ते राह पैंडी साडे जिन्नी संगत नाल इन्हां नूं वरताउणा, इन्ना प्रसाद कित्थे चक्के जाए, वजन बहुत होएगा। महाराज कहंदे नहीं तुसीं रुको, इन्ना भारा नहीं होएगा। फिर गुरु पातशाह ने बिठा ले सारे, बैठ के हुण तुसीं आ 3-4 दिन रुकना है, तो की करना, रोज़ एक शब्द याद करना है, बाणी का शब्द याद करना है। ये जो तुहानूं बाणी कंठ हो जाएगी ना, फिर ये लैके जाए नाल। ये है प्रसाद, असीं रोज़ पढ़ते ना गुर प्रसाद। गुरु का प्रसाद की है? वो कड़ाह प्रसाद है, वो कड़ाह प्रसाद है। मैं एक और भी बेनती करा, वैसे तो कहते देग बन गई, देग ये देग का नाम नहीं, देग तो लंगर भी बनता, देग तो सारी होंगी आ, जो भी खाण का पदार्थ बने उन्होंने देग कहिंदे ने। ये कड़ाह प्रसाद है। तुसीं सचखंड भी अरदास सुनो, आप जी दे हजूर कड़ाह प्रसाद दी देग, देग बन गई। देग दे विच अगे देगां हुंदियां सीगियां तांबे दियां, उन्हां च चीज़ बनदी, देग ना तां पिया है। ये कड़ाह प्रसाद। खैर महाराज जी कहते आ प्रसाद है, गुरु अंगद पातशाह कहते ये लैके जाओ। फिर जिन्ने तुसीं आए हो, जे 10 बंदे आए हो तो जे एक शब्द याद कर लिया, 10 शब्द याद हो गए ना, तो 10 दे 10 अपने पिंड विच जाके सुनाए, दूजिਆਂ ਨੂੰ सुनाए। आ सी बाणी का ढंग, आ सी बाणी का तरीका, ये सी अखरां दा अगे पहुँचाउण दा। एवें पहुँचते सी। जब तक बाणी रिटन रूप च नहीं आई, गुरु अर्जन पातशाह ने स्वरूप बनाया नहीं सी, उदों एवें संगतां नूं दिंदे सी प्रसाद है। असलीयत विच रोज़ ही असीं कहने भी गुरु पातशाह दा सानू जी अज हुक्मनामा की है, अभी तो हुक्मनामा ही है जिहड़ी रोज़ व्याख्या करते हैं, गुरु का ही हुक्म है ना, गुरु सानू हुक्म ही कर रहे हैं। तो ये मैं बेनती करिया सी, अखरां राही उपदेश है सारा। दुनिया की जिन्नी भी मनुखी जिहड़ी ह्यूमैनिटी के रूप में साडे तरक्की की है ना, वो सारी काहदे च कीती है? अखरां राही हुई है, शब्दां राही हुई है, भाखा राही हुई है, भाषा राही हुई है। इहने ज्ञान दिता सारा। गुरु पातशाह ने ताही तैनूं कहा भी अखरां नूं पढ़, अखरी नाम अखरी सलाह, अखरी ज्ञान गीत गुण। ज्ञान भी तैनूं अखरां राही है। रब दे गीत गाने ने किवें गावांगे? कुछ बोलांगे ही ताही गाहे जाणगे तो गीत, ओहदी उस्तत भी करनी है तां बोलांगे भी रब जी तू बड़ा सुंदर है, तो सुंदर शब्द कहना ही पेगा ना। रब जी तू बड़ा बेअंत है, तो बेअंत कहना ही पवेगा, शब्द कोई बोलना ही पेगा ना। ये शब्दां दे राही भी उस परमेश्वर की की हो रही है? उस्तत हो रही है। अखरी नाम अखरी सलाह अखरी ज्ञान गीत गुण गा, अखरी लिखण बोलन बाण। बोलन बाण, बाण की ने? बाण को तीर नहीं, बाण का मतलब कि बाणी इत्थों शब्द बनता, बाण तो बाणी बनया। बाण अज तो वैसे ऊँ तो कहिंदे नहीं, कई बार कहने असीं भी देखो जी ये तो यह जिहा मतलब जबान दे बाण मारते ने, तीर तिखा बाण जिहड़ा लग गई, वैसे यह जी गल कही है ना, तीर वांगू चुभ गई। चुभण का मतलब यही है
चोट है उसकी, अखरां की चोट है, शब्द की चोट है। जवान दे ही शब्द ने, बस ਉਹਦੇ ਉਹ शब्द बाहर आया नहीं तो ਉਹਦੀ चोट भी हो जाए। मैं कल भी जिक्र कर रहा सी, साडे कोले जो कुछ सांभिया होया ना ज्ञान दे विच, जो कुछ साडे कोले है मत दे विच, ये सारा कुछ जो भी मत विच सांभिया ये की है, ये अखरां दा ही उपदेश है, अखरां दा ही ज्ञान है। जदों गुरु मत दिंदा है ना तो कल्ली मत ही नहीं दिंदा, उपदेश भी दिंदा है। मत ही नहीं दिंदा है, मत विच रतन जवाहर माणक, तो इन्हां राही गुण गाए जाने ने, यही उपदेश दे रहा। तो जिहड़े तुहाडे तक शब्द पहुँच रहे हैं ये भी उपदेश है। अखरी नाम, अखरी सलाह, अखरी ज्ञान गीत गुण गा, अखरी लिखण बोलण बाण, अखरा सिर संजोग बखान। आ संजोग दीयां गल्लां मेरे तां जी असीं कल परसों पढ़े सी ना भी मेरे तां लेखां विच है, लेखे कते ना छूटीए। तो हुण देखो एक होर नुकता प्यारा बड़ा है, अखर तो हुण बने ने, जदों मनुख ने भाषा सीखी तो अखर बने ना, तो फिर ये किहड़ी कित्थे लिखते असीं साडी किस्मत लिखी हुई है। तो यह मतलब लिखण वास्ते जे रब भी लिख रहा ना तो अखर ही लिख रहा वो। नुकते नूं पकड़ो, भाषा तो बंदे ने बनाई है, फिर रब किहड़ी भाषा च लिखता? अंग्रेजी च। तो गौरिया ने रौला पा लेना सी साडी अंग्रेजी रब लिखदा, तुसीं नहीं लिख सकते। तो जे पंजाबी च हुंदी फिर असीं रौला पा लेंदे। पढ़ लो, लेख न मिटी हे सखी जो लिखिया, कित्थे लिखिया करतार ने। जे करतार लिखदा है तो करतार फिर किहड़ी भाषा च लिखदा है, फिर वो भाषा दसो। जे वो भाषा वरतदा है फिर तो गल बन गई। बस आई नुकता पकड़ने वाला। जो लेख लिखदा है तो फिर वो किहड़ी भाषा च लिखदा है, वो भाषा लभनी पैनी है। भाखिया भाओ अपार, भाखिया भाखिया हुंदा मूँह चों बोलना। किहड़ी भाखिया रब दी? भाओ। भाओ की हुंदा? प्रेम। रब दी भाषा प्रेम दी भाषा है। बस भाखिया भाओ अपार है, प्रेम दी। हुण तुसीं मैनूं प्रेम दसो, कोई किसी ने प्रेम करना है उन्होंने किवें रिटर्न करूँ? लिख सकदा? प्रेम तो करें ही पता लगता किन्ना क प्रेम। ये लिखिया नहीं जा सकता। हिसाब किताब सारा तुसीं लिख लोगे, मैं आपदे बच्चे ते इन्ना खर्च किया, वो कहे जी मैं तेनों बहुत प्रेम किया, को दसो जी किवें कीता, लिख के दसो। की दसोगे? ना जबरदस्ती ये किया जा सकता, ना असीं जबरदस्ती किसी तो करा सकते हैं। इसदा मतलब रब दी भाखा प्रेम है। फिर जो प्रेम नाल कुछ लिख रहा है ना, मैं उस दिन भी जिक्र कर रहा सी, हुण तुसीं वापस आओ भी इसदा मतलब जो लिख रहे हैं किरत कर्म के ये अपदे कीते हुए ने। दद्दा दोष ना देहो किसे, दोष कर्मा अपने। ये तो मैं आप ही लिखे ने, तो लिखे ने जिहड़ी भाषा च तू बोलदा है, जिहड़ी भाषा तू सुनदा है, उस च ही लिखी जाना है, उस च ही लिख रहा उसी है। फिर गौर पढ़ लो, मैं उस दिन भी कहा फरीदा जे तू अकल लतीफ काले लिखना, इत्थे तो रब है नहीं, तू लिख जाए मर्जी। किसी कन्नी बुरा तकना लिखिया गया, माड़ा है। बस बुरा तकना ये माड़ा है, ये काला लेख बन गया। माड़े औगण ही जिहड़े औगण ने ना, उही जिहड़े साडे औगण ने, बस वही लेख ने। चंगे माड़े होई लिखे जाते हैं, होर कुछ नहीं आ। औगण यही ने। गुण भी जिवें ना, एक होर इहनूं थोड़ा बयान कर लो। जिवें असी कई चीज़ां ना अपने आप जिवें चलियां जांदियां ने साडे कोलों, जिवें हुण हनेरा है, सौखा जिहा एग्जाम्पल
ਅਸੀਂ ਸਾਰੇ ਇਕੱਠੇ ਹੋ ਕੇ ਹਨੇਰਾ ਕੱਢਣ ਲੱਗ ਜੇ, ਕੱਢ ਦਾਂਗੇ? ਨਹੀਂ ਨਿਕਲ। ਤੇ ਸੌਖਾ ਤਰੀਕਾ ਕੀ ਹੈ? ਲਾਈਟ ਬਾਲੋ, ਲਾਈਟ ਬਾਲੋ। ਜੇ ਦਿਨ ਚੜ੍ਹ ਜੇ ਫਿਰ ਕੀ ਹੋਏਗਾ? ਫਿਰ ਚਾਨਣ ਹੋ ਜਾਏਗਾ ਆਪਣੇ ਆਪ, ਹਨੇਰੇ ਭਜਾਉਣ ਦੀ ਲੋੜ ਹੀ ਨਹੀਂ ਪਈ। ਆਪਣੇ ਆਪ ਕਲੀਨ ਹੋ ਜਾਏਗਾ, ਆਪਣੇ ਆਪ ਸਾਫ਼ ਹੋ ਜਾਏਗਾ। ਗੁਣ ਆ ਜਾਣਗੇ, ਔਗਣ ਤੇਰੇ ਆਪਣੇ ਆਪ ਹੀ ਚਲੇ ਜਾਣਗੇ, ਹਨੇਰਾ ਆਪਣੇ ਆਪ ਹੀ ਚਲੇ ਜਾਏਗਾ। ਉਹ ਜਿੰਨਾ ਮਰਜ਼ੀ ਕੋਸ਼ਿਸ਼ ਕਰੀਏ, ਆਹੀ ਹੈ ਅੱਖਰੀ ਨਾਮ, ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਖਾਣ। ਜਿਨ ਇਹ ਲਿਖੇ ਤਿਸਰ ਨਾਹੀ। ਲਿਖਿਆ ਹੈ ਪਰ ਉਹਦੇ ਲੇਖ ਦੇ ਫਰਕ ਹੈ, ਉਹਦੇ ਸਿਰ 'ਤੇ ਨਹੀਂ ਹੈ। ਜਿਸ ਪਰਮੇਸ਼ਰ ਨੇ ਸਾਰਾ ਸ੍ਰਿਸ਼ਟੀ ਬਣਾਈ ਹੈ ਨਾ, ਉਹਨੂੰ ਰੂਪ ਦੇ ਦਿੱਤਾ, ਅੱਖਰਾਂ ਦੇ ਵਿੱਚ ਆਇਆ ਤੇ ਰੂਪ ਬਣਿਆ। ਹੁਣ ਇਹਨੂੰ ਇਹ ਸਮਝ ਲਓ, ਜਿਹੜੇ ਮੈਂ ਅੱਖਰ ਬੋਲ ਰਿਹਾ, ਤੁਸੀਂ ਸੁਣ ਰਹੇ ਹੋ, ਇਹਨਾਂ ਦਾ ਕੋਈ ਰੂਪ ਹੈਗਾ? ਦਿਖਦੇ ਨੇ ਕਿਤੇ ਇਸ ਤਰ੍ਹਾਂ ਬੋਲੇ ਜਾਂਦੇ ਨੇ, ਪਰ ਜਦੋਂ ਇਹਨੂੰ ਜਿਉਂ ਮੈਂ ਗੱਲ ਕਹਿ ਰਿਹਾ, ਅੱਖਰ ਲਿਖ ਦਾਂਗੇ, ਆਕਾਰ ਵਿੱਚ ਆ ਜਾਏਗਾ ਤੇ ਫਿਰ ਦਿਖੇਗਾ। ਜਦੋਂ ਆਕਾਰ ਵਿੱਚ ਆਏਗਾ ਫਿਰ ਦਿਸੇਗਾ। ਜਿਹੜਾ ਆਕਾਰ ਵਿੱਚ ਦਿਸਣਾ ਨਾ, ਆਕਾਰ ਸ੍ਰਿਸ਼ਟੀ ਹੈ, ਨਿਰੰਕਾਰ ਪਰਮੇਸ਼ਰ ਹੈ, ਰੱਬ ਜੀ ਨਿਰਾਕਾਰ ਹੈ, ਉਹ ਦਿਸਦਾ ਨਹੀਂ ਹੈਗਾ। ਜੋ ਚੀਜ਼ ਬਣੀ ਹੈ ਉਹ ਆਕਾਰ 'ਚ ਹੈ, ਆਕਾਰ ਦਿਸੇਗਾ, ਆਕਾਰ 'ਚ ਬਣਾ ਲਿਆ। ਜਦ ਤੱਕ ਨਿਰਾਕਾਰ ਅੱਖਰ ਸੀਗੇ ਤਾਂ ਸਾਡੇ ਕੋਲ ਕੁਛ ਲਿਖਣ ਨੂੰ ਨਹੀਂ ਸੀਗਾ, ਅਤੇ ਜਦੋਂ ਇਹਨੂੰ ਮਿਲ ਗਈ, ਜਿਹਨੂੰ ਅਸੀਂ ਕਹਿੰਦੇ ਲਿਪੀ, ਤੇ ਫਿਰ ਕੀ ਹੋ ਗਿਆ? ਫਿਰ ਆਕਾਰ ਬਣ ਗਿਆ। ਇਸ ਤਰ੍ਹਾਂ ਦੇ ਆਕਾਰ ਦੇ ਅੱਖਰ ਬਣਾ ਦਿੱਤੇ ਜੀ, ਵਾਹਵਾ ਐਵੇਂ ਬਣਦਾ ਹੈ, ਲੱਲਾ ਏਕਣ ਹੈ, ਉਹ ਆਕਾਰ ਬਣਾਇਆ ਨਾ, ਕਾਰ ਦੇ ਵਿੱਚ ਆ ਗਏ, ਲਿਖਣ ਦੇ ਵਿੱਚ ਆ ਗਏ। ਨੁਕਤਾ ਸਮਝੋ। ਇਸ ਕਰਕੇ ਸਾਰਾ ਕੁਝ ਹੈ, ਜਿਹਨੇ ਇਹ ਸਿਰਜਿਆ, ਸ੍ਰਿਸ਼ਟੀ ਸਿਰਜੀ ਹੈ, ਉਹ ਆਕਾਰ 'ਚ ਨਹੀਂ ਹੁੰਦਾ, ਰੱਬ ਨਹੀਂ ਲਿਖਿਆ ਜਾ ਸਕਦਾ ਹੈ। ਹਾਂ, ਉਹਦੇ ਨਾਂ ਤਾਂ ਬਣਾ ਲਿਆ, ਰਾਮ ਲਿਖ ਲਿਆ, ਰਾਰੇ ਨੂੰ ਕਰਨਾ ਰਾਮ, ਅੰਮਾ ਰਾਮ, ਇੰਗਲਿਸ਼ 'ਚ ਲਿਖ ਲਓ, ਪੰਜਾਬੀ 'ਚ ਲਿਖ ਲਓ, ਨਾਂ ਹੈ ਕੋਈ ਵੀ, ਅੱਖਰੀ ਨਾਮ, ਅੱਖਰੀ ਸਲਾਹ। ਅਤੇ ਜੇ ਮੰਨ ਲਓ, ਜੇ ਤੁਸੀਂ ਦੇਖੋਗੇ ਕਈ ਮੁਲਕਾਂ ਦੇ ਵਿੱਚ ਜੋ ਪੰਜਾਬੀ ਜਾਣਦੇ ਨਹੀਂ, ਰਾਮ ਨੂੰ ਕੋਈ ਜਾਣਦਾ ਹੀ ਨਹੀਂ, ਉਹਨੂੰ ਕਿਹਾ ਰਾਮ ਹੂਜ਼ ਰਾਮ, ਅਤੇ ਉਹਨਾਂ ਦਾ ਪਤਾ ਹੀ ਕੋਈ ਨਹੀਂ। ਇੰਗਲਿਸ਼ ਵਰਡ ਹੈ, ਇੰਗਲਿਸ਼ ਪੂਰੇ ਵਰਲਡ 'ਤੇ ਚੱਲਦੇ, ਗੋਡ ਕਹਿ ਦਿੰਦੇ ਨੇ, ਅਤੇ ਗੋਡ ਤਾਂ ਕਾਮਨ ਵਰਡ, ਅਸੀਂ ਵੀ ਗੋਡ ਕਹਿ ਦਿੰਦੇ ਹਾਂ। ਅਸਲੀਅਤ ਕੀ ਹੈ? ਦੇਖੋ, ਮੈਂ ਛੋਟਾ ਜਿਹਾ ਹੋਰ ਨੁਕਤਾ ਬਿਆਨ ਕਰਨ ਲੱਗਿਆ, ਗਹਿਰਾ ਜਿਹਾ ਧਿਆਨ ਦੇਣਾ। ਅਸੀਂ ਰੋਜ਼ ਪੜ੍ਹਦੇ ਹਾਂ, ਕਹਿੰਦੇ ਨਾ, ਮਾਤ ਗਰਭ ਮੈਂ ਆਪਣ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ। ਮਾਤਾ ਦੇ ਉਦਰ ਦੇ ਵਿੱਚ ਉਹਨੇ ਸਿਮਰਨ ਦਿੱਤਾ। ਕਿਹੜਾ ਸਿਮਰਨ ਸੀ? ਕਿਹੜੀ ਭਾਸ਼ਾ ਸੀ? ਕਿਹੜੀ ਲੈਂਗੁਏਜ ਸੀ? ਬੱਚਾ ਮਾਂ ਦੇ ਉਦਰ ਦੇ ਵਿੱਚ ਰੱਬ ਨਾਲ ਜੁੜਿਆ ਸੀ। ਕਿਹੜੀ ਭਾਸ਼ਾ? ਪਿੱਛੇ ਮੈਂ ਤੁਹਾਨੂੰ ਦੱਸਿਆ ਵੀ ਸ਼ਾਇਦ ਉਹਦੇ 'ਤੇ ਮੈਂ ਲਿਖ ਵੀ ਰਿਹਾ ਵੀ ਕਾਫੀ 'ਚ, ਵੀ ਕਿਹੜੀ ਭਾਸ਼ਾ ਸੀ ਬੱਚੇ ਕੋਲ। ਅਤੇ ਜੇ ਬੱਚਾ ਰੱਬ ਦਾ ਸਿਮਰਨ ਕਰਦਾ ਸੀ, ਆਹੀ ਤਾਂ ਸਿਮਰਨ ਦੀ ਸਮਝਣ ਪੈਣੀ ਹੈ ਇੱਥੇ ਆ ਕੇ। ਜੇ ਸਿਮਰਨ ਕਰਦਾ ਸੀ ਤਾਂ ਮਾਤਾ ਦੇ ਉਦਰ ਦੇ ਵਿੱਚ ਤਾਂ ਉਹਦੇ ਕੋਲ ਅੱਖਰ ਹੀ ਨਹੀਂ ਹੁੰਦੇ। ਜਦੋਂ ਅਸੀਂ ਬੱਚੇ ਦਾ ਜਨਮ ਲੈਂਦਾ, ਉਹ ਕਿਹੜਾ ਬੋਲਦਾ ਹੁੰਦਾ? ਕਿਹੜੇ ਅੱਖਰ ਬੋਲਦਾ? ਉਹ ਤਾਂ ਅਸੀਂ ਸਿਖਾਉਂਦੇ ਹਾਂ। ਤੁਸੀਂ ਉਹਦਾ ਇੰਗਲਿਸ਼ ਬੋਲੀ ਜਾਓ, ਸਾਰਾ ਟੱਬਰ ਉਹ ਇੰਗਲਿਸ਼ ਬੋਲਣ ਲੱਗ ਜਾਏਗਾ। ਤੁਸੀਂ ਹਿੰਦੀ ਬੋਲੀ ਜਾਓ, ਸਾਰਾ ਹਿੰਦੀ ਬੋਲੀ ਜਾਣਾ। ਉਹ ਤਾਂ ਤੁਸੀਂ ਸਿਖਾਉਂਦੇ ਉਹਨੂੰ। ਉਹ ਕਿਹੜਾ ਅੱਖਰ ਹੈ? ਉਹ ਭਾਖਿਆ ਭਾਉ ਅਪਾਰ। ਉਹ ਸਿਮਰਤੀ ਵਿੱਚ ਹੀ ਸਿਮਰਨ ਹੈ। ਸਿਮਰਨ ਦਾ ਮਤਲਬ ਇਹ ਹੁੰਦਾ ਵੀ ਕਿਸੇ ਦੀ ਯਾਦ, ਬਸ ਰੱਬ ਦੀ ਯਾਦ ਹੈ, ਉਹਦੀ ਯਾਦ ਵਿੱਚ ਬੈਠਣ, ਬਸ। ਉਹਦੇ ਲਈ ਕੋਈ ਨਾਂ ਨਹੀਂ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪੁੱਛੋ ਵੀ ਉਹਦਾ ਨਾਂ ਕੀ ਹੈ, ਕੀ ਨਾਂ ਉਹਦਾ? ਉਹ ਕਹਿੰਦੇ ਅਨਾਮ ਹੈ, ਅਕਾਮ ਹੈ, ਪੜ੍ਹਦੇ ਨਾ, ਅਨਾਮ ਹੈ। ਅਨਾਮ ਦਾ ਮਤਲਬ ਕੋਈ ਨਾਂ ਨਹੀਂ ਉਹਦਾ। ਨਾਂ ਤੁਸੀਂ ਕਿਵੇਂ ਲੈ ਲਓਗੇ ਉਹਦਾ? ਨਾਂ ਤਾਂ ਰੱਖਿਆ ਜਾਊਗਾ ਨਾ, ਜੇ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਿਹਨ ਜੈ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤ ਓਜ ਕੀਜੈ। ਕੀ ਨਾਂ ਰੱਖੋਗੇ ਉਹਦਾ? ਉਹ ਤਾਂ ਦਿਖਦਾ ਤਾਂ ਹੈ ਨਹੀਂ। ਇਹ ਸਾਡੇ ਜਿੰਨੇ ਵੀ ਨਾਮ ਨੇ ਕਿਰਤਮ ਨਾਮ ਬਣੇ ਹੋਏ ਨੇ। ਕਿਰਤਮ ਨਾਮ ਉਹਦੀ ਕਿਰਤ ਤੋਂ ਰਮਿਆ ਹੋਇਆ ਰਾਮ ਹੈ, ਬਸ। ਉਹਨੂੰ ਕੋਈ ਖਤਮ ਨਹੀਂ ਕਰ ਸਕਦਾ। ਉਹ ਅਗੰਜ ਹੈ, ਪੰਜ ਹੈ, ਲਿਖ ਨਹੀਂ ਸਕਦਾ, ਅਲੇਖ ਹੈ। ਆਹ ਸਾਰੀਆਂ ਬਰਕਤਾਂ ਨੇ।
ਇਹ ਨਾਮ ਵੀ ਸਾਡੇ ਕੋਲ ਜਿਹੜੇ ਨੇ ਅੱਖਰਾਂ ਦੇ ਸਾਡੇ ਸਿਰਜੇ ਹੋਏ ਨੇ। ਫਿਰ ਤਾਂ ਹੀ ਤਾਂ ਬਾਣੀ ਇਸ ਲਹਿਜੇ 'ਚ ਬਾਣੀ ਕਹਿੰਦੀ ਹੈ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੁਸਈਆ ਕੋਈ ਇਲਾਜ। ਕੋਈ ਕਹਿ ਲਓ। ਲਾਸਟ ਪੰਕਤੀ ਕਹਿੰਦੀ ਆ ਵੀ ਕਹੋ ਨਾਨਕ ਜਿਨ ਹੁਕਮ ਪਛਾਤਾ। ਜਿਹੜੇ ਉਹਦੇ ਹੁਕਮ ਨੂੰ ਪਛਾਣ ਲੈਂਦੇ ਨੇ ਨਾ, ਪ੍ਰਭ ਸਾਹਿਬ ਕਾ ਤਿਨੀ ਭੇਦ ਜਾਤਾ। ਅਸਲ ਭੇਦ ਉਹਨਾਂ ਨੂੰ ਪਤਾ ਲੱਗਿਆ ਜਿਹੜੇ ਉਹਨੂੰ ਹੁਕਮ 'ਚ ਰਹਿੰਦੇ ਨੇ। ਨਾਮ ਲੈਣ ਨਾਲ ਕੀ ਹੈ? ਫਿਰ ਉਹੀ ਪੜ੍ਹੋ, ਪਰਸੋਂ ਉੱਤੇ ਵੀ ਕਹਿ ਰਿਹਾ ਸੀ ਮੈਂ ਵੀ ਰਾਮ ਰਾਮ ਕਰਤਾ ਸਭ, ਫਿਰ ਰਾਮ ਨਾ, ਫਿਰ ਕਰਨ ਦਾ ਕੀ ਫਾਇਦਾ? ਤੇ ਇਹੀ ਬਾਣੀ ਇਹ ਸਾਨੂੰ ਕਹਿੰਦੇ ਰਾਮ ਜਪੋ ਜੀ, ਨਾਲੇ ਕਹਿੰਦੇ ਰਾਮ ਜਪੋ। ਹੋਊਗੀ ਨਾ ਦੁਬਿਧਾ। ਅਸਲੀਅਤ ਗੱਲ ਕੀ ਆ? ਆਹ ਹੈ, ਰਾਮ ਰਾਮ ਤਾਂ ਕਰੇਗਾ, ਰਮੇ ਹੋਏ ਨੂੰ ਪਛਾਣਿਆ ਤਾਂ ਹੈ ਹੀ ਨਹੀਂ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨੀ ਭੇਦ ਜਾਤਾ। ਸਾਹਿਬ ਕਹਿੰਦੇ ਅੱਖਰਾਂ ਦੀ ਵਾਰਤਾ ਹੈ, ਉਹਦੇ 'ਤੇ ਅੱਖਰ ਇਹ ਲਾਗੂ ਨਹੀਂ ਹੁੰਦੇ ਕਿਉਂਕਿ ਉਹ ਆਕਾਰ ਤੋਂ ਪਰੇ ਹੈ। ਤਾਂ ਕਹਿੰਦੇ ਨੇ ਅੱਖਰ ਮੈਂ ਤਿਰ ਭਵਨ ਪ੍ਰਭ ਧਾਰੇ। ਤਿੰਨੇ ਭਵਨ ਉਹਨੇ ਅੱਖਰ ਵਿੱਚ ਲਿਆਂਦੇ ਨੇ। ਅੱਖਰ ਵਿੱਚ ਕਿਵੇਂ? ਬਸ ਜਿਹੜੀ ਚੀਜ਼ ਹੁਣ ਤੁਸੀਂ ਆਕਾਸ਼ ਕਹਿ ਰਹੇ ਹੋ, ਕੋਈ ਇਹਨੂੰ ਸਕਾਈ ਕਹਿ ਦਿੰਦਾ, ਕੋਈ ਗਗਨ ਕਹਿੰਦਾ, ਤੁਸੀਂ ਪਾਣੀ ਕਹਿ ਦਿੰਦੇ ਹੋ, ਕੋਈ ਜਲ ਕਹਿੰਦਾ, ਕੋਈ ਨੀਰ ਕਹਿੰਦਾ, ਕੋਈ ਵਾਟਰ ਕਹਿੰਦਾ, ਕੋਈ ਨਾਮ ਕਹਿੰਦਾ। ਕਿੰਨੇ ਨਾਮ ਨੇ? ਉਹ ਤਾਂ ਅਸੀਂ ਆਪੋ ਆਪਣੇ ਬਣਾਏ ਹੋਏ ਨੇ। ਸਾਰੀ ਸ੍ਰਿਸ਼ਟੀ ਦੇ ਨਾਂ। ਸਾਹਿਬ ਕਹਿੰਦੇ ਅੱਖਰ ਮਹਿ ਤਿਰ ਭਵਨ ਪ੍ਰਭ ਧਾਰੇ। ਤੇ ਅਗਲੀ ਪੰਕਤੀ 'ਚ ਕਹਿੰਦੇ ਅੱਖਰ ਕਰ ਕਰ ਵੇਦ ਵਿਚਾਰੇ। ਆ ਵੇਦ ਅਸੀਂ ਵੇਦ ਪੜ੍ਹ ਲਓ, ਪਾਠ ਕਰ ਲਓ, ਜੋ ਕਰ ਲਓ। ਬਾਬਾ ਜੀ ਕਹਿੰਦੇ ਕੀ ਅੱਖਰਾਂ ਦੀ ਖੋਜ ਹੈ ਨਾ। ਅੱਖਰ ਵਿੱਚ ਤਾਂ ਰੱਬ ਹੈ ਹੀ ਨਹੀਂ। ਤਾਂ ਹੀ ਤਾਂ ਬਾਣੀ ਉੱਥੇ ਕਹਿੰਦੀ ਹੈਗੀ ਵੀ ਮਹਾਰਾਜ ਕਹਿੰਦੇ ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ ਹੈ। ਉਹਦਾ ਨਾਮ ਤਾਂ ਉਹਦੀ ਕੀਮਤ ਕੋਈ ਨਹੀਂ, ਜਿਹੜਾ ਨਾਮ ਅਸਲ ਨਾਮ ਹੈ ਉਹਦਾ। ਮੈਂ ਸਵੇਰੇ ਵੀ ਮਾਰਨਿੰਗ ਜ਼ਿਕਰ ਕਰ ਰਿਹਾ ਸੀ, ਜਿਹੜਾ ਅਸਲੀਅਤ ਵਿੱਚ ਨਾਮ ਹੈ ਨਾ, ਨਾਮ ਕਿਸੇ ਲਿਖਣ ਵਿੱਚ ਨਹੀਂ ਆਉਂਦਾ, ਉਹ ਤਾਂ ਅਨਾਮ ਹੈ। ਤੁਸੀਂ ਵਾਹਿਗੁਰੂ ਵਾਹਿਗੁਰੂ ਕਹੀਓ ਚਾਹੇ 10 ਵਾਰੀ ਕਹਿ ਲਓ, ਚਾਹੇ 50 ਵਾਰੀ ਕਹਿ ਲਓ, ਮਾਫੀ ਚਾਹਾਂਗਾ। ਬਾਣੀ ਕਹਿੰਦੀ ਹੈ ਤੂੰ ਇੱਕ ਵਾਰੀ ਕਹਿ, ਪਰ ਇੱਕ ਮਨ ਇੱਕ ਚਿੱਤ ਪਾਏ। ਇਹ ਮਨ ਹਰ ਜੀ ਧਿਆਏ ਤੂੰ। ਕਿਵੇਂ? ਇੱਕ ਮਨ ਇੱਕ ਚਿੱਤ ਪਾਏ। ਫਿਰ ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪੁੱਛੋ ਤਾਏ। ਫਿਰ ਬੜੀਆਂ ਵਡਿਆਈਆਂ ਨੂੰ ਦੀ। ਤਾਂ ਮਹਾਰਾਜ ਕਹਿੰਦੇ ਅੱਖਰ ਕਰ ਕਰ ਵੇਦ ਵਿਚਾਰੇ। ਉਹਦੀ ਵਿਚਾਰ ਵੀ ਤੇ ਅੱਖਰਾਂ ਦੇ ਵਿੱਚ ਲਿਖਣ ਵਿੱਚ ਵੇਦ ਆ ਗਏ। ਬੜਾ ਕੁਛ ਲਿਖਿਆ ਏ, ਸੁਨੇਹਾ ਹੀ ਆ ਨਾ। ਤੇ ਜਪਜੀ ਸਾਹਿਬ ਤਾਂ ਰੋਜ਼ ਪੜ੍ਹੀ ਜਾਈਏ, ਤੇ ਸਵੇਰੇ ਵੀ ਪੜ੍ਹੀਏ, ਸ਼ਾਮ ਵੀ ਪੜ੍ਹ, ਭਾਵੇਂ ਸਾਰੀ ਦਿਹਾੜੀ ਪੜ੍ਹੋ। ਪਰ ਜਿਹੜੀ ਉਹ ਗੱਲ ਕਹਿੰਦੇ ਨੇ ਉਹ ਸਮਝਣ ਵਾਲੀ ਆ। ਮੈਂ ਸੁਖਮਨੀ ਸਾਹਿਬ ਦੀ ਗੱਲ ਕਰਾਂ, ਤੁਸੀਂ ਰੁਕੋ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਤ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਠੀਕ, ਅੱਗੇ ਪੜ੍ਹੋ। ਪ੍ਰਭ ਕੋ ਸਿਮਰੈ ਸੇ ਤਨਵੰਤੇ। ਅੱਛਾ ਜੀ, ਤਨਵੰਤੇ ਕੌਣ ਨੇ? ਬੋਲੋ। ਜਿਹੜੇ ਪ੍ਰਭ ਕੋ ਸਿਮਰਦੇ ਨੇ। ਇਹਦਾ ਮਤਲਬ ਸਿਮਰਨ ਕਰੇਗਾ ਤੇ ਤਨਵੰਤੇ ਹੈ। ਇਹ ਪੰਕਤੀ ਪੜ੍ਹੇਗਾ ਤਨਵੰਤ ਨਹੀਂ ਬਣ ਸਕਦਾ। ਸੁਖਮਨੀ ਸਾਹਿਬ ਇਹ ਗੱਲ ਕਹਿੰਦੀ ਹੈ, ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਜਿਹੜਾ ਸਿਮਰਦਾ ਉਹ ਤਨਵੰਤਾ ਹੈ, ਉਹੀ ਪਤਵੰਤਾ ਹੈ। ਤੇ ਸਿਮਰਦਾ ਤਾਂ ਨਹੀਂ, ਉਹ ਕਹਿੰਦਾ ਮੈਂ ਤੇਰੀ ਗੱਲ ਪੜ੍ਹ ਲਈ ਬਾਬਾ ਜੀ, 5 ਵਾਰੀ 10 ਵਾਰੀ ਪੜ੍ਹ ਲਈ, ਤੇ ਹੋਏਗਾ ਕੀ ਫਿਰ? ਉਹ ਤਾਂ ਅੱਖਰ 'ਚ ਹੀ ਰਹਿ ਗਈ ਨਾ। ਤਾਂ ਗੁਰੂ ਬਾਬਾ ਜੀ ਕਹਿੰਦੇ ਵੇਦ ਵਿਚਾਰ ਤਾਂ ਹੈ, ਅਸਲ ਵਿਚਾਰ ਕੀ ਸੀ ਉਹਦੀ? ਉਹਦੇ 'ਤੇ ਉਹਨੂੰ ਪ੍ਰੈਕਟੀਕਲੀ ਆਪਦੇ ਆਪ 'ਚ ਅਪਲਾਈ ਕਰਨਾ ਸੀ, ਉਹਨੂੰ ਲੈ ਕੇ ਆਉਣਾ ਸੀ। ਸਵੇਰੇ ਤਾਂ ਪੜ੍ਹ ਲਿਆ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵੀ ਜੋ ਤੂੰ ਚੰਗਾ ਲੱਗਦਾ ਨਾ ਸੋਈ ਭਲਾ ਹੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤੁਸੀਂ ਕਿਹਾ ਲਿਖਿਆ ਅਸੀਂ ਮੰਨ ਲਿਆ। ਤੇ ਜੇ ਕਿਤੇ ਜਾਣ ਲੱਗੇ ਕੰਮ ਤੇ ਮੀਂਹ ਪੈ ਜਾ, ਰੱਬ ਨੇ ਵੀ ਹੁਣੀ ਮੀਂਹ ਪਾਉਣਾ ਸੀ, ਤੇ ਭਲਾ ਕਿੱਥੇ ਮੰਨਿਆ? ਜਪਜੀ ਸਾਹਿਬ ਤਾਂ ਬੜਾ ਜ਼ੋਰ ਲਾ ਕੇ ਬੋਲਿਆ ਸੀ ਵੀ ਜੋ ਤੁਧ ਭਾਵੈ। ਸਾਹਿਬ ਉਦੋਂ ਤਾਂ ਬੜਾ ਕਹਿੰਦਾ ਵੀ ਰੱਬ ਜੀ ਵੀ ਜਿਹੜਾ ਤੈਨੂੰ ਚੰਗਾ ਲੱਗਦਾ ਜੀ, ਪੱਤਾ ਨਹੀਂ ਹਿੱਲਦਾ, ਉਹ ਤੋਂ ਬਿਨਾਂ ਉਹਨੂੰ ਪੁੱਛ ਕੇ ਦੇਖੋ ਵੀ ਤੂੰ ਤਾਂ ਹਿੱਲੀ ਜਾਂਦਾ, ਪੱਤਾ ਭਾਵੇਂ ਨਾ ਹਿੱਲੇ ਪਰ ਤੂੰ ਬਹੁਤ ਹਿੱਲਦਾ। ਇਹਦਾ ਮਤਲਬ ਕਿ ਸਿਰਫ ਕੁਝ ਬਹੁਤ ਕੁਝ ਕਹਿੰਦੇ ਹਾਂ ਅਸੀਂ ਇਹਨੇ ਰਿਟਨ ਵਿੱਚ, ਜਦ ਤੱਕ ਉਹਨੂੰ ਅਸੀਂ ਮੰਨਦੇ ਨਹੀਂ।
ਉਹ ਮੰਨਣਾ ਹੀ ਨਾਮ ਵਿੱਚ ਆਉਣਾ ਹੈ, ਉਹ ਮੰਨਣਾ ਹੀ ਸ਼ਰਨ ਵਿੱਚ ਆਉਣਾ ਹੈ। ਗੁਰੂ ਦੀ ਵਾਰਤਾ ਨੂੰ ਸਹਿਬ ਗੁਰੂ ਬਾਬਾ ਜੀ ਕਹਿੰਦੇ, ਇਸ ਕਰਕੇ ਅੱਖਰ ਕਰ ਕਰ ਵੇਦ ਵਿਚਾਰੇ, ਅੱਖਰ ਸ਼ਾਸਤਰ ਸਿਮਰਤ ਪੁਰਾਨਾ। ਜੋ ਸਿਮਰਤੀਆਂ ਜਾਂ ਸ਼ਾਸਤਰ ਬਣੇ ਜਾਂ ਪੁਰਾਣ ਬਣੇ, ਇਹ ਵੀ ਸਭ ਅੱਖਰਾਂ ਦਾ ਵਿਸਥਾਰ ਹੈ, ਅੱਖਰਾਂ ਦੀ ਵਿਆਖਿਆ ਹੈ, ਸਭ ਅੱਖਰਾਂ ਦਾ ਰਾਹੀਂ ਗਿਆਨ ਹੈ। ਅੱਗੇ ਬਾਬਾ ਜੀ ਕਹਿੰਦੇ ਅੱਖਰ ਨਾਦ ਕਥਨ ਬਖਾਨਾ। ਆਹ ਨਾਦ ਵੱਜ ਰਿਹਾ ਨਾ, ਮੰਨ ਲਓ ਮੈਂ ਬਾਜਾ ਵਜਾਵਾਂ ਅਤੇ ਤੁਸੀਂ ਕੀ ਕਹੋਗੇ? ਅਤੇ ਅਸੀਂ ਕਹਾਂ ਵਾਹ ਬੜਾ ਮਿੱਠਾ ਵੱਜ ਰਿਹਾ। ਉਹ ਮਿੱਠਾ ਸ਼ਬਦ ਵੀ ਤਾਂ ਕਹਿਣਾ ਪਏਗਾ ਨਾ, ਕੋਈ ਅੱਖਰ ਦੇਣਾ ਪਵੇਗਾ ਉਹਨੂੰ। ਕੁਝ ਵੀ ਬੋਲਦੇ ਆ, ਕੋਈ ਨਾਦ ਵੀ ਵੱਜ ਰਿਹਾ ਨਾ, ਉਹਦਾ ਵੀ ਜਵਾਬ ਆ, ਉਹਦੇ ਜਵਾਬ 'ਚ ਤੁਸੀਂ ਕੀ ਕਹੋਗੇ? ਜਿਹੜਾ ਕੱਲ੍ਹ ਸ਼ਬਦ ਸੀ ਨਾ ਵੀ ਰੱਬ ਦੀ ਭਗਤੀ ਇਹ ਹੈ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਗੂੰਗੇ ਨੂੰ ਮਠਿਆਈ ਖਵਾਵੋ ਅਤੇ ਕੀ ਪੁੱਛੋ, ਅਤੇ ਪੁੱਛੇ ਤੇ ਕਿਆ ਕਹੀਏ? ਫਿਰ ਪੁੱਛੋ ਵੀ ਕੀ ਜੀ ਲੱਗੀ ਆ, ਬਸ ਖੁਸ਼ ਹੋ ਜਾਊਗਾ, ਤੁਹਾਨੂੰ ਦੱਸ ਨਹੀਂ ਸਕਦਾ। ਰੱਬ ਦੇ ਗੁਣ ਐਵੇਂ ਦੇ ਨੇ, ਜੇ ਤੁਸੀਂ ਦੱਸ ਰਹੇ ਹੋ, ਜੇ ਤੁਸੀਂ ਬਿਆਨ ਕਰ ਰਹੇ ਹੋ, ਰੌਂਗ ਹੈ। ਬਾਣੀ ਕਿ ਦੱਸ ਤਾਂ ਸਕਦੇ ਹੀ ਨਹੀਂ। ਅਗਲੀ ਪੰਕਤੀ ਵਿੱਚ ਸਾਹਿਬ ਬਾਬਾ ਜੀ ਕਹਿੰਦੇ ਅੱਖਰ ਨਾਦ ਕਥਨ ਵਖਾਨਾ, ਉਹਦਾ ਕਥਨ ਕਰਨਾ ਵਿਖਿਆਨ ਕਰਨਾ ਸਭ ਅੱਖਰਾਂ ਦੀ ਰਾਹੀ ਹੈ। ਅੱਖਰ ਮੁਕਤ ਜੁਗਤ ਪੈ ਭਰਮਾ। ਬੰਦਾ ਮੁਕਤ ਹੋ ਗਿਆ ਜੀ ਕਾਹ ਤੋਂ? ਮੈਂ ਤਾਂ ਜੀ ਬਸ ਆਹ ਸਿਰ 'ਤੇ ਟੈਨਸ਼ਨ ਸੀ, ਮੁਕਤ ਹੋ ਗਿਆ। ਤੋਂ ਕਿਵੇਂ ਮੁਕਤ ਹੋ ਗਏ? ਟੈਨਸ਼ਨ ਵੀ ਅੱਖਰਾਂ ਰਾਹੀਂ ਸੀ, ਕਿਸੇ ਨੇ ਸਮਝਾਈ ਗੱਲ, ਉਹ ਵੀ ਜੁਗਤ ਰਾਹੀਂ, ਭੈ ਰਾਹੀਂ, ਭਰਮ ਰਾਹੀਂ। ਇਹ ਸਾਰਾ ਕੁਝ ਤਾਂ ਮੁੱਕ ਜਾਂਦਾ ਜਦੋਂ ਬੰਦੇ ਕੋਲ ਅੱਖਰ ਆਉਂਦੇ ਨੇ। ਹੁਣ ਸੌਖਾ ਜਿਹਾ ਸ਼ਬਦ ਦੇ ਲਈ ਵਰਤਦਾ, ਜਦੋਂ ਤੁਸੀਂ ਕਹੋ ਨਾ ਵੀ ਪੜ੍ਹ ਲਾ, ਤੇਰੇ 4 ਅੱਖਰ ਜੇ ਪੜ੍ਹੇ ਜਾਂਦੇ ਨੇ ਤੇਰੇ ਕੰਮ ਆਉਣਗੇ। ਉਹ 4 ਅੱਖਰ ਦਾ ਮਤਲਬ ਇਹ ਥੋੜ੍ਹੇ ਵੀ ਊੜਾ ਆੜਾ ਈੜੀ ਸੱਸਾ ਹਾ 4 ਹੀ ਪੜ੍ਹਨੇ ਨੇ। ਅੱਖਰ ਦਾ ਮਤਲਬ ਉੱਥੇ ਕੀ ਆ? ਗਿਆਨ। ਪੜ੍ਹ ਲਾ ਜੀ, 4 ਅੱਖਰ ਪੜ੍ਹਿਆ ਤੇਰੇ ਕੰਮ ਆਉਣਗੇ। ਭਰਮ ਤੇਰਾ ਦੂਰ ਹੋਏਗਾ ਤਾਂ ਜੇ ਤੇਰੇ ਕੋਲ ਗਿਆਨ ਆ ਜਾਏਗਾ। ਇਹੀ ਤਾਂ ਹੈ ਇਹ ਅੱਖਰਾਂ ਨੂੰ ਪੜ੍ਹਨਾ, ਵਿਸਥਾਰ ਕਰਨਾ। ਸਾਰਾ ਮਨੁੱਖਾਂ ਦੇ ਵਿੱਚ ਮੈਂ ਫਿਰ ਬੇਨਤੀ ਕਰਦਾ ਹਾਂ, ਪਸ਼ੂਆਂ ਵਿੱਚ ਅੱਖਰ ਨਹੀਂ ਹੈਗੇ ਅਤੇ ਪਸ਼ੂ ਉੱਥੇ ਹੀ ਖੜ੍ਹੇ ਨੇ, ਉਹ ਤਾਂ ਉੱਥੇ ਨਹੀਂ, ਕਿਉਂਕਿ ਉਹਦੀ ਪ੍ਰੋਗਰੈਸ ਕੋਈ ਨਹੀਂ ਹੈਗੀ। ਸਾਡੇ ਕੋਲ ਅੱਖਰ ਸੀ, ਅਸੀਂ ਕਿੱਥੇ ਦੁਨੀਆ 'ਤੇ ਪਹੁੰਚ ਗਏ, ਚੰਦ 'ਤੇ ਪਹੁੰਚ ਗਏ। ਮੱਝਾਂ ਤਾਂ ਨਹੀਂ ਚੰਦ 'ਤੇ ਮਿਲੀਆਂ ਜੇ, ਕਿਉਂ? ਕਿਉਂਕਿ ਅੱਖਰ ਕੋਈ ਨਹੀਂ, ਭਾਸ਼ਾ ਕੋਈ ਨਹੀਂ ਉਹਨਾਂ ਦੀ। ਹਾਂ ਆਪਣੀ ਭਾਖਾ ਆ ਗਈ, ਉਹ ਜੋ ਬੋਲਦੇ ਨੇ ਬਸ ਉਹ 'ਤੇ ਚੱਲਦਾ ਰਹਿੰਦਾ, ਪਰ ਅੱਖਰ ਨਹੀਂ ਉਹਨਾਂ ਕੋਲ ਹੈਗੇ। ਉਹ ਬੋਲ ਕੇ ਨਹੀਂ ਦੱਸ ਸਕਦੇ ਵੀ ਮੇਰਾ ਪੇਟ ਦੁਖਦਾ ਏ, ਕਿਉਂਕਿ ਅੱਖਰ ਨਹੀਂ ਉਹਨਾਂ ਕੋਲ। ਸਾਡੇ ਕੋਲ ਗੁਰੂ ਕਹਿੰਦੇ ਅੱਖਰ ਨੇ, ਅੱਖਰਾਂ ਦਾ ਹੀ ਸਾਰਾ ਸੰਸਾਰ ਹੈ। ਅੱਗੇ ਗੁਰੂ ਮਹਾਰਾਜ ਕਹਿੰਦੇ ਅੱਖਰ ਕਰਮ ਕਿਰਤ ਸੁਚ ਧਰਮਾ। ਅੱਖਰਾਂ ਦੇ ਰਾਹੀਂ ਜਿਹੜੀ ਸੱਚੀ ਸੁੱਚੀ ਧਰਮ ਜਿਹੜਾ ਨਾ, ਇੱਕ ਸੱਚੀ ਸੁੱਚੀ ਕਿਰਤ ਤੂੰ ਕਰਦਾ ਹੈ, ਜੋ ਤੇਰੇ ਕਿਰਤ ਹੈ, ਇਹ ਕਰਮ ਨੇ ਜਿਹੜੇ, ਇਹਦਾ ਵੀ ਵਿਸਥਾਰ ਅੱਖਰਾਂ ਹੀ ਰਹੇ ਨੇ। ਕਿਸੇ ਨੇ ਮਾੜਾ ਕੰਮ ਕੀਤਾ ਸੀ, ਕਹੀ ਲਓ ਜੀ ਮਾੜਾ ਹੈ, ਅਸੀਂ ਅੱਖਰਾਂ 'ਚ ਬਿਆਨ ਕਰ ਦਿੱਤਾ ਜੀ ਇਹ ਮਾੜਾ ਜੀ। ਕਿਸੇ ਨੇ ਚੰਗਾ ਕੰਮ ਕੀਤਾ ਸੀ, ਕਿ ਚੰਗਾ ਹੈ, ਅੱਖਰਾਂ ਰਹੀ। ਹੋਰ ਅੱਖਰਾਂ ਰਹੀ ਦੁਨੀਆ ਸਲਾਹ ਰਹੀ ਹੈ। ਇਹੀ ਹੈ ਨਾ, ਖਾਲਸਾ ਏਡ ਵਾਲੇ ਯੂਕਰੇਨ ਦੇ ਵਿੱਚ ਜਾ ਕੇ ਉਹਨਾਂ ਨੇ ਲੰਗਰ ਲਾ ਦਿੱਤਾ। ਯੂਕਰੇਨ ਦੇ ਹੋਰ ਯੂਰਪ ਦੇ ਲੋਕ, ਉਹਨਾਂ ਨੇ BBC ਨਿਊਜ਼ 'ਤੇ ਆ ਰਿਹਾ ਸੀ, ਇੱਕ ਸੱਜਣ ਬਿਆਨ ਕਰ ਰਿਹਾ ਸੀ, ਉਹ ਕਹਿੰਦਾ ਵੀ ਮਤਲਬ ਆਈ ਕਾਂਟ ਬਿਲੀਵ, ਵੀ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਵੀ ਯੂਕਰੇਨ ਲੋਕ ਛੱਡ ਕੇ ਬਾਹਰ ਜਾ ਰਹੇ ਨੇ। ਮਿਲੀਅਨ ਲੋਕ ਕਹਿੰਦੇ ਛੱਡ ਕੇ ਆ ਗਏ। ਪਰ ਆਹ ਕਹਿੰਦਾ ਕੈਸੇ ਲੋਕ ਨੇ ਸਿੱਖ ਪੀਪਲ, ਇਹ ਲੰਗਰ ਲਾ ਕੇ ਲੋਕਾਂ ਨੂੰ ਅੰਦਰ ਜਾ ਕੇ ਲੰਗਰ ਵਰਤਾ ਰਹੇ ਨੇ, ਜਾ ਕੇ ਜੰਗ ਦੇ ਵਿੱਚ। ਇਹ ਕੀ ਹੈ? ਅੱਖਰਾਂ ਰਾਹੀਂ ਉਸਤਤ ਹੋ ਰਹੀ ਹੈ ਨਾ, ਗਿਆਨ ਦੀ ਉਸਤਤ ਹੋ ਰਹੀ ਹੈ ਨਾ। ਜੇ ਦੁਨੀਆ ਸੋਭਾ ਵੀ ਕਰਦੀ ਹੈ, ਅੱਖਰਾਂ ਰਾਹੀਂ ਕਰਦੀ ਹੈ। ਅਗਲੀ ਪੰਕਤੀ ਵਿੱਚ ਮਹਾਰਾਜ ਕਹਿੰਦੇ, ਲਾਸਟ ਪੰਕਤੀਆਂ ਵਿੱਚ, ਦ੍ਰਿਸ਼ਟਮਾਨ ਅੱਖਰ ਹੈ ਜੇਤਾ। ਜੋ ਕੁਝ ਦਿਖ ਰਿਹਾ ਇਹ ਸਭ ਅੱਖਰਾਂ ਵਿੱਚ ਆ ਸਕਦਾ ਹੈ, ਜੋ ਨਹੀਂ ਦਿਖ ਰਿਹਾ ਉਹ ਪਰਮੇਸ਼ਰ ਹੈ, ਉਹ ਅੱਖਰਾਂ ਤੋਂ ਪਰੇ ਹੈ। ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। ਪਰ ਜਿਹੜਾ ਪਾਰ ਬ੍ਰਹਮ ਹੈ ਉਹ ਨਿਰਲੇਪ ਹੈ, ਉਹ ਅੱਖਰਾਂ ਵਿੱਚ ਨਹੀਂ ਹੈ, ਉਹ ਅੱਖਰਾਂ ਤੋਂ ਪਰੇ ਹੈ, ਉਹ ਅਨਾਮ ਹੈ, ਉਹਦਾ ਕੋਈ ਨਾਮ ਨਹੀਂ ਹੈ, ਉਹ ਲਿਖਣ ਵਿੱਚ ਨਹੀਂ ਆਉਂਦਾ ਹੈ। ਮਹਾਰਾਜ ਕਹਿੰਦੇ ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫਰਮਾਏ ਤਿਵ ਤੇ ਪਾਏ, ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੇ ਨਾਹੀ ਕੋ ਥਾਉ। ਲਾਸਟ ਵਕਤ ਵਿੱਚ ਕਹਿੰਦੇ ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨ ਜਾਵਾ ਏਕ ਬਾਰ, ਜੋ ਤੁਧ ਭਾਵੈ ਸਾਈ ਭਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹਦੇ ਵਿੱਚ ਅੱਖਰਾਂ ਦਾ ਗਿਆਨ ਸੀ, 52 ਅੱਖਰੀ ਦੇ। ਇਹ ਅੱਖਰਾਂ ਦਾ ਇੱਕ ਪੜਾਅ ਸਾਡਾ